वक्त बदलते ही देर नहीं लगती और वक्त के साथ चलना भी इंसान को आना चाहिए। अभिमान घमंड तो हर कोई करता है, लेकिन उस परमात्मा के आगे किसी की नहीं चलती। किसी को पता भी नहीं था कि पाकिस्तान और हिंदुस्तान का विभाजन होगा, लाखों लोग कटेंगे मरेंगे। और उसके बाद पार्टीशन के बाद 1948 में जब लोग हिंदुस्तान में आ गए, वहाँ के जितने भी रईस लोग थे, गरीब लोग थे, मजदूर लोग थे, किसान लोग थे, उन्हें दोबारा यहाँ पर आकर अपना जो जीवन शुरू किया। उनमें दर्शन सिंह राय जी भी हैं। दर्शन सिंह राय जी का परिवार रावलपिंडी में रहता था। वहाँ पर रईस थे, ये हवेलियाँ थी इनके, अच्छे कारोबार थे, फादर साहब इनके मिलिट्री में थे। लेकिन जहाँ पर आकर इनको क्या हुआ, क्या मिला, कैसे मेहनत की, वो उस समय लुधियाना कैसा था और उस वक्त इन्होंने लुधियाना के बारे में क्या क्या बातें सुनी थी, कहानियाँ सुनी थी, ये हमें आज हाथा शेर जंग और ये खुड महला जो है दोनों इलाके के बारे में बताएंगे। बाकी और भी बहुत सारे इनके पास ज्ञान है, वो हम फिर आपको किसी अगले एपिसोड में दिखाएंगे। लेकिन अब ये हाथा शेर जंग जो लुधियाना शहर में है, तो खुड महला। दर्शन सिंह राय जी, आप बताओ, जो आपने ज़िंदगी की शुरुआत लुधियाना में आके की, कौन से स्कूल में पढ़े, कौन से कॉलेज में पढ़े, आपने क्या क्या किया काम? सब तो पहला असी हाथा शेर जंग ਦੇ ਵਿੱਚ ਸੈਟਲ ਹੋਏ ਆ ਕੇ। ਲੁਧਿਆਣੇ ਕਿਹੜੀ ਜਗ੍ਹਾ ਤੇ ਹੈ, ਡਿਟੇਲ ਜੀ ਦੱਸੋ। हाथा शेर जंग थाना पुलिस डिवीजन नंबर 3 के नेड़े वाक़या है और ਉਹਦੇ नेड़े ही कोठी ख्वाजा आजम भी नेड़े है। हाथा शेर जंग असी आके वस गए तो फिर ਇੱਥੇ खुड महला चौंक के नेड़े प्राइमरी स्कूल है जिथे मैनू इत्थे दाखिल कराया गया। अच्छा, तो पहले ਜਿਹੜਾ ਹਾਥਾ ਸ਼ੇਰ ਜੰਗ ਆ ਉਹ ਕਿਹਦਾ ਸੀਗਾ ਤੇ ਉੱਥੇ ਕਿਹੜੀ ਹਵੇਲੀ ਤੁਹਾਨੂੰ ਮਿਲੀ, ਉੱਥੇ ਕਿੱਦਾਂ ਅਲਾਟਮੈਂਟ, ਉੱਥੇ ਪਹਿਲੇ ਦੱਸੋ ਤੁਸੀਂ। ਹਾਥਾ ਸ਼ੇਰ ਜੰਗ ਜਦੋਂ ਅਸੀਂ ਆਏ ਕੀ ਸੀ ਉੱਥੇ, ਜਿਹਦੇ ਨਾਂ ਦੇ ਉੱਤੇ ਸ਼ੇਰ ਜੰਗ ਦੀ ਕੋਠੀ ਸੀ, ਜਿਹਦੇ ਨਾਂ ਤੇ ਹਾਥਾ, ਅਸੀਂ ਉੱਥੇ ਆ ਕੇ ਕਬਜ਼ਾ ਕਰ ਲਿਆ। ਲੇਕਿਨ ਉਹ ਸਾਡਾ ਜਿਹੜਾ ਕਲੇਮ ਸੀ ਉਹ ਪਾਸਕੂ भी नहीं सी ਉਹਦੇ ਬਰਾਬਰ ਜੋ ਉਹਦੀ ਵੈਲਿਊ ਸੀ। ਇਸ ਕਰਕੇ ਸਾਨੂੰ ਦਰਕਾਰ ਕੀਤਾ ਗਿਆ, ਸਾਨੂੰ ਉਹ ਅਲਾਟਮੈਂਟ ਨਾ ਹੋਈ। ਇਸ ਕਰਕੇ ਉਹਦੇ ਨੇੜੇ ਹੀ ਸ਼ੇਰ ਜੰਗ ਦੀ ਭੈਣ ਦਾ ਮਕਾਨ ਸੀ, ਅਸੀਂ ਉੱਥੇ ਕਬਜ਼ਾ ਕਰਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਕਬਜ਼ਾ ਕਿੱਦਾਂ ਕਰਦੇ ਸੀ? ਬਾਹਰੋਂ ਜਿਹੜੇ ਆਏ ਸੀਗੇ, ਤੁਸੀਂ ਕੰਦੇ ਸੀ, ਕਮਰੇ ਖਾਲੀ ਪਏ ਹੁੰਦੇ ਜਿੱਦਾਂ ਮਰਜ਼ੀ ਹੁੰਦਾ ਸੀ। ਜਿਸ ਮਕਾਨ ਨੂੰ ਤੁਸੀਂ ਜਾ ਕੇ ਤਾਲਾ ਲਾ ਦਿੱਤਾ, ਉਹ ਸਮਝ ਲਓ ਮਕਾਨ ਤੁਹਾਡਾ ਹੋ ਗਿਆ। ਕਿਸੇ ਨੇ ਆ ਕੇ ਦਖਲ ਅੰਦਾਜ਼ੀ ਨਹੀਂ ਕਰਨੀ, ਕਿਸੇ ਨੇ ਤੁਹਾਡੇ ਜੰਦੇ ਤੇ ਜੰਦਾ ਨਹੀਂ ਲਾਣਾ। ਸਭ ਲੋਕ ਸ਼ਰਨਾਰਥੀ ਸੀ, ਰੱਬ ਤੋਂ ਡਰਦੇ ਸੀ। ਇਸ ਕਰਕੇ ਹਰ ਇੱਕ ਨੇ ਟਿਕਾਣਾ ਜਿਹੜਾ ਇਸ ਢੰਗ ਦੇ ਨਾਲ ਹੀ ਆ ਕੇ ਬਣਾਇਆ। ਹਾਥਾ ਸ਼ੇਰ ਜੰਗ ਜਿਹੜਾ ਸਾਰਾ ਮੁਸਲਮਾਨਾਂ ਦਾ ਸੀਗਾ ਇਸ ਟਾਈਮ, ਸਾਰਾ A to Z। ਇਹ ਹਾਥਾ ਸ਼ੇਰ ਜੰਗ ਦੀ ਪੋਜੀਸ਼ਨ ਹੈ। ਇਸ ਹਾਤੇ ਦੇ ਵਿੱਚ ਲਗਭਗ ਸਾਰੇ ਘਰ ਹੀ ਜਿਹੜੇ ਸੀ, ਉਹਨਾਂ ਘਰਾਂ ਵਿੱਚ ਖੱਡੀਆਂ ਲੱਗੀਆਂ ਹੋਈਆਂ ਸੀ ਜਿੱਥੇ ਮਿਲਟਰੀ ਦਾ ਸਮਾਨ ਜਿਹੜਾ ਹੈ ਉਹ ਬਣਦਾ ਸੀ। ਇੱਥੇ ਸ਼ੇਰ ਜੰਗ ਬੜਾ ਵੱਡਾ ਰਹੀਸੇ ਆਜ਼ਮ ਹੋਇਆ। ਉਸ ਨੇ ਆਪਣੇ ਹਾਤੇ ਦੇ ਵਿੱਚ ਕਬਰਸਤਾਨ ਵੀ ਵੱਖਰਾ ਬਣਾਇਆ ਸੀ ਆਪਣਾ ਹੀ। ਅੱਛਾ। ਅਸੀਂ ਆਪਣੀ ਅੱਖਾਂ ਨਾਲ ਦੇਖਿਆ ਵੀ ਸ਼ੇਰ ਜੰਗ ਦੀ ਜਿਹੜੀ ਘਰ ਵਾਲੀ ਹੈ ਉਹ ਫਾਤ ਪਾ ਗਈ ਸੀ ਅਤੇ ਉਹਦੀ ਕਬਰ ਵੀ ਬਣੀ ਹੋਈ ਸੀ। ਉਹ ਕਬਰ ਦੇ ਬਾਹਰ ਉਰਦੂ ਦੇ ਵਿੱਚ ਬਹੁਤ ਸੁਨਹਿਰੀ ਲਫ਼ਜ਼ਾਂ ਵਿੱਚ ਲਿਖਿਆ ਸੀ ਵੀ ਹਾਥਾ ਸ਼ੇਰ ਜੰਗ ਦੀ ਇਹ ਹੈ ਬੀਵੀ। ਤੋ ਉੱਥੇ ਹੀ ਸਾਡੇ ਨੇੜੇ ਇੱਕ ਗਲੀ ਦੇ ਵਿੱਚ ਇੱਕ ਸ਼ਰੀਫ ਆਦਮੀ ਰਹਿੰਦਾ ਸੀ ਜੋ ਕਿ ਹੱਡੀਆਂ ਪਸਲੀਆਂ ਦੀ ਮਾਲਿਸ਼ ਕੀਤਾ ਕਰਦਾ ਹੁੰਦਾ ਸੀ। ਉਹ ਕਹਿੰਦਾ ਅਸੀਂ ਨਹੀਂ ਡਰਦੇ ਕਿਸੇ ਗੱਲ ਤੋਂ, ਤਾਂ ਉਹਨੇ ਉਹ ਕਬਰ ਜਿਹੜੀ ਹੈਗੀ ਉਹ ਪੁੱਟ ਦਿੱਤੀ। ਅੱਛਾ। ਉਹਦੀ ਕਬਰ ਪੁੱਟ ਦਿੱਤੀ। ਉਹ ਜਿਸ ਤਰ੍ਹਾਂ ਦੇ ਪਿੰਜਰ ਬਣਿਆ ਪਿਆ ਸੀ ਉੱਥੇ ਪਿਆ ਸੀ, ਉਹ ਪਿੰਜਰ ਉਸੇ ਤਰ੍ਹਾਂ ਚੂੜਾ ਮਤਲਬ ਸੋਨੇ ਦੀਆਂ ਸਾਰਾ ਕੁਝ ਉੱਥੇ ਸੀ। ਉਹ ਉਹਨੇ ਉਤਾਰ ਲਿਆ, ਕਹਿੰਦਾ ਜ਼ਿੰਦਾਬਾਦ ਹੈ ਜੀ, ਕੋਈ ਘਬਰਾਉਣ ਦੀ ਲੋੜ ਨਹੀਂ। ਅੱਛਾ, ਫਿਰ ਹੁਣ ਅਸੀਂ ਉੱਥੇ ਸੈਟਲ ਹੋਏ। ਹੁਣ ਕਾਰੋਬਾਰ ਦੀ ਗੱਲ ਇਹ ਹੈ, ਬਾਪੂ ਸਾਡੇ ਕੋਲ ਬੜਾ ਵੱਡਾ ਆਰਟ ਸੀ ਸਿੰਗਿੰਗ ਦਾ, ਅਤੇ ਉਸ ਦੇ ਸਿਰ ਦੇ ਉੱਤੇ ਅਸੀਂ ਇੱਥੇ ਪਲੇ। ਫਿਰ ਹਾਥਾ ਸ਼ੇਰ ਜੰਗ ਦੇ ਬਿਲਕੁਲ ਸਾਹਮਣੇ ਚੌਂਕ ਕੋਠੀ ख्वाजा आजम है। ਉਹ ਜਿਹੜੀ ਹੈ ਇਹਦੇ ਸ਼ੇਰ ਜੰਗ ਦੇ ਕੁੜਮ ਦੀ ਸੀ। ਉਹ ਵੀ ਬੜਾ ਵੱਡਾ ਰਈਸੇ ਆਜ਼ਮ ਸੀ। ਪਹਿਲੇ ਸ਼ੇਰ ਜੰਗ ਦੀ ਕੋਠੀ ਦੀ ਗੱਲ ਕਰੀਏ, ਉਹਦੀ ਕੋਠੀ ਦੇ ਅੱਗੇ ਬਰਾਂਡਾ ਸੀ, ਬੜੇ ਬੜੇ ਵੱਡੇ ਕਮਰੇ ਹੋਣ ਤੋਂ ਬਾਅਦ ਬਰਾਂਡੇ ਤੋਂ ਬਾਅਦ ਬਹੁਤ ਵੱਡਾ
ਮੈਦਾਨ ਸੀ ਜਿੱਥੇ ਉਹਦੀਆਂ ਬੱਗੀਆਂ ਖੜਾਉਂਦੀਆਂ ਸਨ। ਉਹ ਵੀ ਮੈਂ ਆਪਣੀ ਅੱਖਾਂ ਨਾਲ ਦੇਖੀਆਂ। ਉਹ ਤਾਂ ਪਾਕਿਸਤਾਨ ਭੱਜ ਗਏ, ਬੱਗੀਆਂ ਥੋੜ੍ਹੀਆਂ ਨਾਲ ਲੈ ਕੇ ਗਏ, ਉਹ ਉੱਥੇ ਹੀ ਸੀ। ਇਸੇ ਤਰ੍ਹਾਂ ਜਿਹੜਾ ਖਵਾਜਾ ਆਜ਼ਮ ਦੀ ਕੋਠੀ ਹੈ, ਉਹ ਵੀ ਬਹੁਤ ਵੱਡਾ ਸਾਰਾ ਏਰੀਆ ਖਾਲੀ ਸੀ ਅਤੇ ਕੋਠੀ ਜਿਹੜੀ ਹੈਗੀ ਸੀ ਵੱਖਰੇ ਸੀ। ਉਹਦੀ ਵੀ ਜਿਹੜੀ ਹੈ ਬੱਗੀਆਂ ਅਸੀਂ ਉਹ ਵੀ ਆਪਣੀ ਅੱਖਾਂ ਨਾਲ ਦੇਖੀਆਂ। ਹੁਣ ਰਹੀ ਗੱਲ ਇਹ ਬੱਗੀ ਦੀ ਗੱਲ ਕਰੀਏ ਤੇ ਇਹ 1900 ਤਕਰੀਬਨ 60-62 ਤੱਕ ਅਸੀਂ ਇਹ ਦੇਖਿਆ ਵੀ ਡਾਕਟਰ ਗੁਜਰਮਲ ਰੋਡ ਜਿਹੜੀ ਹੈ, ਡਾਕਟਰ ਗੁਜਰਮਲ ਰੋਡ ਦੇ ਨਾਂ 'ਤੇ, ਡਾਕਟਰ ਗੁਜਰਮਲ ਸੀ ਉਹਦੇ ਨਾਂ ਦੇ ਉੱਤੇ ਰੋਡ ਹੈ, ਉਹਨੇ ਵੀ ਬੱਗੀ ਰੱਖੀ ਹੋਈ ਸੀ। ਜਿਸ ਮਰੀਜ਼ ਨੂੰ ਦੇਖਣ ਵਾਸਤੇ ਜਾਂਦਾ ਸੀ ਆਪਣੀ ਬੱਗੀ 'ਤੇ ਹੀ ਜਾਇਆ ਕਰਦਾ। ਹੁਣ ਅਸੀਂ ਉੱਥੇ ਨੇੜੇ ਸਕੂਲ ਸੀ ਸਾਡੇ ਖੁੱਡਮਾਲਾ ਚੌਂਕ ਦੇ ਨੇੜੇ ਪ੍ਰਾਇਮਰੀ ਸਕੂਲ, ਉੱਥੇ ਸਾਨੂੰ ਪੜ੍ਹਨੇ ਪਾ ਦਿੱਤਾ ਗਿਆ। ਉੱਥੋਂ ਮੈਂ 4 ਜਮਾਤਾਂ ਪਾਸ ਕੀਤੀਆਂ, 2 ਪਾਕਿਸਤਾਨ ਤੋਂ ਕੀਤੀਆਂ, 2 ਇੱਥੋਂ ਕੀਤੀਆਂ। ਉਸ ਤੋਂ ਉਪਰੰਤ ਫਿਰ ਇੱਥੇ ਸਕੂਲ ਸੀ ਪੋਠੋਹਾਰ ਸੈਯਦ ਖਾਲਸਾ ਹਾਈ ਸਕੂਲ, ਫਿਰ ਉੱਥੋਂ ਮੈਂ 8 ਜਮਾਤਾਂ ਉੱਥੋਂ ਕੀਤੀਆਂ। ਉੱਥੋਂ ਫਿਰ ਮੈਂ ਚਲੇ ਗਿਆ, ਉਹਨਾਂ ਦਾ ਰਵੱਈਆ ਮੈਨੂੰ ਪਸੰਦ ਨਹੀਂ ਸੀ, ਮੈਂ ਫਿਰ ਆਰੀਆ ਸਕੂਲ ਚਲਾ ਗਿਆ। ਆਰੀਆ ਸਕੂਲ ਤੋਂ ਮੈਂ 10ਵੀਂ ਪਾਸ ਕੀਤੀ। ਫਿਰ ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਚਲਾ ਗਿਆ। ਇਹ ਬੜੀ ਲੰਬੀ ਕਹਾਣੀ ਹੈ। ਉਸ ਤੋਂ ਉਪਰੰਤ ਮੇਰਾ ਜਿਹੜਾ ਕਾਰੋਬਾਰ ਹੈ ਉਹ ਬਹੁਤ ਤਗੜਾ, ਜਦੋਂ ਮੈਂ ਜਵਾਨ ਹੋ ਗਿਆ ਮੇਰਾ ਕਾਰੋਬਾਰ ਬੜਾ ਸੈਟਲ ਹੋ ਗਿਆ। ਮੈਂ ਮੋਟਰ ਪਾਰਟਸ ਹੋਲਸੇਲ ਦਾ ਕਾਰੋਬਾਰ ਕਰਨ ਲੱਗ ਗਿਆ। ਮੇਰੀ ਆਮਦਨ ਇੰਨੀ ਕੀ ਸੀ ਕਿ ਜੋ ਕੋਈ ਬੰਦਾ ਮਹਿਸੂਸ ਨਹੀਂ ਕਰ ਸਕਦਾ ਵੀ ਇੰਨੀ ਆਮਦਨ ਹੋ ਸਕਦੀ ਹੈ। ਮੇਰੀ ਆਮਦਨ 1 ਲੱਖ ਰੁਪਏ ਮਹੀਨੇ ਦੇ ਕਰੀਬ, ਜਦੋਂ 100 ਦੇ ਨੋਟ ਦੀ ਵੈਲਿਊ ਹੁੰਦੀ ਸੀ। ਤੋ ਉਸ ਜ਼ਮਾਨਾ ਸੀ ਕਿ ਜਦੋਂ ਲੁਧਿਆਣੇ ਸ਼ਹਿਰ 'ਚ ਕੇਵਲ 8 ਕਾਰਾਂ ਸੀ, ਮੇਰੇ ਕੋਲ ਕਾਰ ਹੁੰਦੀ ਸੀ। ਫਿਰ ਮੈਨੂੰ ਆਪਣੇ ਬਾਪ ਤੋਂ ਹੀ ਚੇਤਕ ਲੱਗੀ ਗਾਉਣ ਦੀ, ਔਰ ਮੇਰੇ ਬਾਪੂ ਜੀ ਨੇ ਮੈਨੂੰ ਘਰ ਹੀ ਇੱਕ ਗਾਣਾ ਸਿਖਾਉਣ ਵਾਲਾ ਰੱਖ ਦਿੱਤਾ। ਉਹ ਅੱਖੋਂ ਅੰਨਾ ਸੀ, ਉਹਦੇ ਨਾਲ ਇੱਕ ਚੇਲਾ ਵੀ ਸੀ। ਮੈਂ ਸੰਗੀਤ ਜਿਹੜਾ ਹੈ ਬਹੁਤ ਪ੍ਰੇਮ ਨਾਲ ਸਿੱਖਿਆ। ਮਿਊਜ਼ਿਕ ਦੇ ਵਿੱਚ ਮੈਂ ਕਲਾਸੀਕਲ ਮਿਊਜ਼ਿਕ ਦੇ ਵਿੱਚ ਮੈਂ ਬੜਾ ਮਾਹਿਰ ਹੋ ਗਿਆ। ਉਸ ਤੋਂ ਬਾਅਦ ਫਿਰ ਮੈਨੂੰ ਹੌਲੀ ਹੌਲੀ ਚਟਕ ਲੱਗ ਗਈ ਲਾਈਟ ਮਿਊਜ਼ਿਕ ਦੀ। ਲਾਈਟ ਮਿਊਜ਼ਿਕ ਦੀ ਚਟਕ ਮੈਨੂੰ ਲੱਗੀ, ਇੱਥੇ ਇੱਕ ਦਲੀਪ ਸਿੰਘ ਦੀਪ ਰੇਡੀਓ ਸਿੰਗਰ ਹੁੰਦਾ, ਉਹਦੇ ਤੋਂ ਚਟਕ ਲੱਗ ਗਈ। ਉਸ ਜ਼ਮਾਨੇ 'ਚ ਫਿਰ ਐਸੀ ਚਟਕ ਲੱਗੀ ਕਿ ਲੁਧਿਆਣੇ ਵਿੱਚ 3 ਕੇਵਲ ਕਲਾਕਾਰ ਹੁੰਦੇ ਸੀ, ਬਖਸ਼ੀ ਰਾਮ ਕੌਸ਼ਲ, ਦਲੀਪ ਸਿੰਘ ਦੀਪ ਅਤੇ ਮੈਂ ਦਰਸ਼ਨ ਸਿੰਘ ਰਾਏ। ਇਸ ਤੋਂ ਇਲਾਵਾ ਇੱਥੇ ਕੋਈ ਕਲਾਕਾਰ ਨਹੀਂ ਸੀ। ਉਹ ਕਲਾਕਾਰ ਹੋਣ ਦੇ ਨਾਤੇ ਵੀ ਮੈਂ ਬਹੁਤ ਕੁਝ ਕਮਾਇਆ, ਨਾਮ ਹੀ ਕਮਾਇਆ ਔਰ ਦੌਲਤ ਵੀ ਬੜੀ ਕਮਾਈ। ਫਿਰ ਮੇਰਾ ਜਿਹੜਾ ਕੰਮ ਸੀ ਮੋਟਰ ਪਾਰਟਸ ਦਾ, ਇਹ ਮੈਂ ਦੂਰ ਦੂਰ ਸ਼੍ਰੀਨਗਰ ਅਕਸਰ ਜਾਂਦਾ ਸੀ ਅਤੇ ਮਹੀਨਾ ਤਕਰੀਬਨ ਮੇਰਾ ਉੱਥੇ ਲੱਗ ਜਾਂਦਾ ਸੀ। ਮੇਰਾ ਜੀਵਨ ਜਿਹੜਾ ਕਿਵੇਂ ਢਲਿਆ, ਮੈਂ ਵਕੀਲ ਕਿਵੇਂ ਬਣਿਆ, ਇਹ ਉੱਥੇ ਮੈਂ ਗਿਆ ਹੋਇਆ ਸੀ ਕਾਰੋਬਾਰ ਦੇ ਸਿਲਸਿਲੇ 'ਚ। ਅਤੇ ਰੁਪਈਏ ਮੇਰੇ ਕੋਲ ਇੰਨੇ ਸੀ ਕਿ ਨੋਟ ਬੱਕਰੀਆਂ ਨਹੀਂ ਖਾਂਦੀਆਂ। ਅਤੇ ਮੇਰੀ ਗੈਰ ਹਾਜ਼ਰੀ ਵਿੱਚ ਜਿਸ ਮਕਾਨ 'ਚ ਅਸੀਂ ਕਿਰਾਏਦਾਰ ਸੀ ਇਕਬਾਲਗੰਜ, ਉਹ ਭਾਪੇ ਸੀ, ਉਹ ਮੇਰੀ ਘਰਵਾਲੀ ਕੋਲ ਆਇਆ, ਕਹਿਣ ਲੱਗਾ ਇਹ ਮਕਾਨ, ਉਹਨਾਂ ਦੀ ਬੋਲੀ ਬੋਲ ਕੇ ਦੱਸਦਾ, ਇਹ ਮਕਾਨ ਅਸਾਂ ਵੇਚਣਾ, ਜੇ ਤੁਸ ਲੈ ਲਓ ਤਾਂ ਤੁਸਾਂ ਕੀ ਬਹੁਤ ਸਸਤਾ ਦੇ ਛੋੜਸਾ। ਮੇਰੀ ਘਰਵਾਲੀ ਨੇ ਗੁੱਡ ਫੇਸ ਵਿੱਚ ਉਹਨੂੰ ਐਡਵਾਂਸ ਦੇ ਦਿੱਤਾ। ਮੈਨੂੰ ਟੈਲੀਫੋਨ ਉੱਥੇ ਕਰਤਾ। ਟੈਲੀਫੋਨ ਬਿਰਲਿਆਂ ਦੇ ਘਰ ਹੁੰਦਾ ਸੀ, ਮੇਰੇ ਘਰ ਟੈਲੀਫੋਨ ਸੀ, ਉੱਥੇ ਹੋਟਲ 'ਚ ਟੈਲੀਫੋਨ ਆ ਗਿਆ ਮੇਰੇ ਵੀ ਇਸ ਤਰ੍ਹਾਂ ਅਸੀਂ ਕਰ ਲਿਆ। ਮੈਂ ਕਿਹਾ ਕੋਈ ਗੱਲ ਨਹੀਂ। ਅਤੇ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਕੋਈ ਲਿਖਵਾਇਆ ਵੀ ਹੈ? ਕਹਿੰਦੇ ਮੈਂ ਆਪਣੇ ਜੇਠ ਨੂੰ ਕਹਿੰਦੀ ਹਾਂ ਲਿਖਵਾ। ਜਦੋਂ ਮੇਰੇ ਭਾਈ ਨੇ ਕਿਹਾ ਵੀ ਲਿਖ ਦਿਓ, ਉਹਨਾਂ ਨੇ ਮਬਲਕ 5000 ਰੁਪਇਆ ਲਿਆ ਸੀ ਬਿਆਨਾ, ਅਤੇ ਲਿਖਣ ਲੱਗਿਆ 2000 ਲਿਖੇ। ਉੱਥੋਂ ਕਲੇਸ਼ ਪੈ ਗਿਆ। ਫਿਰ ਅਸੀਂ ਰਜਿਸਟਰੀ ਬਦਰੀਆ ਅਦਾਲਤ ਕਰਨ ਦਾ ਮੁਕੱਦਮਾ ਕਰਨਾ ਪਿਆ। ਉਹ ਮੁਕੱਦਮਾ ਥੱਲੋਂ ਲੈ ਕੇ ਉੱਥੇ ਹਾਈ ਕੋਰਟ ਤੱਕ ਚਲੇ। 43 ਸਾਲ ਬਾਅਦ ਮੇਰੇ ਹੱਕ ਵਿੱਚ ਮਕਾਨ ਦੀ ਰਜਿਸਟਰੀ। ਇਸ ਦੌਰਾਨ ਮੈਂ ਕਚਹਿਰੀ ਦੀ ਜਦੋਂ ਧੱਕੇ ਖਾਣ ਲੱਗ ਪਿਆ, ਮੈਂ ਸੋਚਿਆ ਕਿ ਮੈਂ ਵਕੀਲ ਕਿਉਂ ਨਾ ਬਣ ਜਾਵਾਂ। ਫਿਰ ਕਾਰੋਬਾਰ ਤਾਂ ਖਤਮ ਹੋ ਗਿਆ ਨਾ, ਫਿਰ ਕਾਰੋਬਾਰ ਖਤਮ ਕਰਤਾ। ਹਾਂ, ਉਹ ਵਕੀਲ ਕਿਉਂ ਨਾ ਬਣ ਜਾਵਾਂ।
ਉਹ ਵਕੀਲ ਬਣਨ ਤੋਂ ਪਹਿਲਾਂ ਮੈਂ ਡਿਗਰੀ ਲੈਣ ਤੋਂ ਪਹਿਲਾਂ ਹੀ ਮੈਂ ਵਕੀਲ ਬਣ ਚੁੱਕਿਆ ਸੀ। ਮੈਂ ਅਦਾਲਤਾਂ 'ਚ ਪੇਸ਼ ਹੁੰਦਾ ਸੀ, ਮੈਂ ਬੋਲ ਕੇ ਫੱਕੀਆਂ ਉਡਾ ਦਿੰਦਾ ਸੀ ਪੜ੍ਹ ਕੇ। ਮੇਰੀ ਸਟੱਡੀ ਬੜੀ ਸੀ। ਉਹ ਜਿਹੜੇ ਬੰਦੇ ਜਿਨ੍ਹਾਂ ਨਾਲ ਦੁਸ਼ਮਣੀ ਸੀ ਉਹ ਬੜੇ ਤਗੜੇ ਬਦਮਾਸ਼ ਸਨ। ਉਹਨਾਂ ਦੀ ਪਿੱਠ 'ਤੇ ਲੁਧਿਆਣਾ ਸ਼ਹਿਰ ਦੇ ਸਾਰੇ ਬਦਮਾਸ਼ ਤੇ ਸਾਰੇ ਸਰਮਾਏਦਾਰ ਉਹਨਾਂ ਦੀ ਪਿੱਠ 'ਤੇ ਸੀ। ਉਹ ਜੋ ਉਹਨਾਂ ਦੇ ਨਾਂ ਲਵਾਂ, ਸਭ ਤੋਂ ਪਹਿਲਾਂ ਇੱਕ ਸੁਸਾਇਟੀ ਸਿਨੇਮੇ ਦਾ ਮਾਲਕ ਹੁੰਦਾ ਸੀ ਅਮਰੀਕਾ, ਫਿਰ ਚੱਡਾ ਟਰਾਂਸਪੋਰਟ ਕੰਪਨੀ ਦਾ ਮਾਲਕ ਹੁੰਦਾ ਸੀ ਮੱਖਣ ਸਿੰਘ ਆਨੰਦ, ਫਿਰ ਉਸ ਜ਼ਮਾਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਰਣਜੀਤ ਸਿੰਘ ਨਾਸ, ਫਿਰ ਢੋਕਾ ਮਹੱਲੇ ਦੇ ਵਿੱਚ ਅੱਜ ਵੀ ਚਿਰਾਗ ਲੈ ਕੇ ਢੂੰਡੋ, ਉੱਥੇ ਸ਼ਰੀਫ ਆਦਮੀ ਕੋਈ ਨਹੀਂ ਮਿਲਦਾ, ਉਹ ਸਾਰਾ ਢੋਕਾਂ ਦਾ ਮਹੱਲਾ ਉਹਦੇ ਨਾਲ ਸੀ, ਹੈ ਜੀ। ਇਸ ਤਰ੍ਹਾਂ ਦੇ ਇਹ ਜਿਹੜੀ ਚੰਡਾਲ ਚੌਂਕੜੀ ਸੀ ਬੜੀ ਤਕੜੀ, ਇਹ ਉਹਨਾਂ ਨਾਲ ਮੇਰਾ ਵਾਹ ਪੈ ਗਿਆ। ਮੈਂ ਲੜਿਆ ਬੜਾ, 43 ਸਾਲ ਲੜਿਆ। 43 ਸਾਲ ਬਾਅਦ ਮੇਰੇ ਹੱਕ 'ਚ ਰਜਿਸਟਰੀ ਹੋ ਗਈ, ਕਿਉਂਕਿ ਉਹ ਬਦਮਾਸ਼ ਸੀ ਬੜੇ ਤੇ ਮੇਰੇ ਬੱਚੇ ਛੋਟੇ ਛੋਟੇ ਸੀ, ਮੇਰੇ ਬੱਚਿਆਂ ਨੂੰ ਡਰਾਉਂਦੇ ਸੀ। ਮੈਂ ਸੋਚਿਆ ਮੈਂ ਕੱਲ੍ਹ ਨੂੰ ਕੁਝ ਹੋ ਜਾਏ, ਮੇਰੇ ਬੱਚਿਆਂ ਨੂੰ ਗਿਆਨ ਤਾਂ ਹੋਵੇ ਕਾਨੂੰਨ ਦਾ, ਇਸ ਲਈ ਮੈਂ ਆਪਣੇ ਦੋਨੇ ਬੱਚਿਆਂ ਨੂੰ ਵਕੀਲ ਬਣਾਇਆ। ਵੱਡਾ ਬੱਚਾ ਮੇਰਾ ਵਕੀਲ ਬਣਿਆ, ਵਕੀਲ ਤੋਂ ਬਾਅਦ ਉਹ ਜੱਜ ਬਣ ਗਿਆ। ਅੱਜ ਉਹ ਐਡੀਸ਼ਨਲ ਸੈਸ਼ਨ ਜੱਜ ਹੈ ਜਿਹੜਾ ਕਿ ਤਰਨ ਤਾਰਨ ਲੱਗਿਆ। ਛੋਟਾ ਲੜਕਾ ਮੇਰਾ ਇੱਥੇ ਪ੍ਰੈਕਟਿਸ ਕਰਦਾ ਹੈ ਐਜ਼ ਐਡਵੋਕੇਟ, ਉਹ ਫੌਜਦਾਰੀ ਦਾ ਨਾਮੀ ਵਕੀਲ ਹੈ। ਮੈਂ ਵੀ ਵਕਾਲਤ ਕਰਦਾ ਇੱਥੇ ਕਾਫੀ ਦੇਰ ਤੋਂ, ਔਰ ਮੈਂ ਸਿਵਲ ਵੀ ਕਰਦਾ ਅਤੇ ਆਪਣਾ ਫੌਜਦਾਰੀ ਵੀ ਕਰਦਾ। ਹੁਣ ਪੋਜੀਸ਼ਨ ਇਹ ਹੈ, ਇਸ ਦੌਰਾਨ ਜਦੋਂ ਮੈਂ ਗਾਉਣ ਦਾ ਕੰਮ ਸ਼ੁਰੂ ਕੀਤਾ, ਫਿਰ ਮੈਂ ਲਿਖਣਾ ਵੀ ਸ਼ੁਰੂ ਕਰਤਾ। ਮੇਰੀਆਂ ਲਿਖੀਆਂ ਹੋਈਆਂ ਗੀਤਾਂ, ਗਜ਼ਲਾਂ, ਕਵਿਤਾਵਾਂ ਦੀਆਂ 8 ਕਿਤਾਬਾਂ ਨੇ। ਮੇਰੀ ਆਖਰੀ ਕਿਤਾਬ ਹੈ ਯਾਦਾਂ ਤੇਰੀਆਂ ਤੇ ਮੇਰੀਆਂ, ਇਹ ਮੇਰੀ ਆਖਰੀ ਕਿਤਾਬ ਹੈ। ਇਹ ਮੇਰੇ ਗੀਤ ਜਿਹੜੇ ਹੈ ਇੰਨੇ ਕੁ ਪਾਪੂਲਰ ਹੋਏ, ਇੱਥੇ ਆਪਣੇ ਜ਼ਮਾਨੇ ਦੀ ਬਿਹਤਰੀਨ ਗਾਉਣ ਵਾਲੀ ਹੋਈ ਹੈ ਨਰਿੰਦਰ ਬੀਬਾ, ਜਿਹਨੇ ਮੇਰੇ ਗੀਤ HMV ਕੰਪਨੀ ਤੋਂ ਰਿਕਾਰਡ ਕਰਵਾਏ। ਇਸ ਤੋਂ ਇਲਾਵਾ ਮੈਂ ਖੁਦ ਗਾਉਣ ਵਾਲਾ ਸੀ, ਮੈਂ ਵੀ ਆਪਣੇ ਗੀਤਾਂ ਨੂੰ ਗਾ ਕੇ 4 ਚੈਨਲ ਆਏ। 2 ਪੰਜਾਬੀ ਫਿਲਮਾਂ ਵਿੱਚ ਵੀ ਗਾਣੇ ਮੇਰੇ ਲਿਖੇ ਹੋਏ ਆ, ਕੌਣ ਦਿਲਾਂ ਦੀਆਂ ਜਾਣੇ ਤੇ ਇੱਕ ਸੀ ਮਿੱਤਰਾਂ ਦੀ ਹੱਟੀ। ਅੱਛਾ, ਇਸ ਤੋਂ ਇਲਾਵਾ ਮੇਰਾ ਸ਼ੌਕ ਜਿਹੜਾ ਹੁਣ ਵੀ ਬਰਕਰਾਰ ਹੈ। ਮੈਂ ਹੁਣ ਵੀ ਲਿਖਦਾ, ਗੁਰਦੁਆਰੇ ਲੈ ਜਾਓ, ਮੰਦਰ ਲੈ ਜਾਓ, ਮਸਜਿਦ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, ਮੈਂ ਬਿਹਤਰੀਨ ਕਲਾਕਾਰ ਹਾਂ। ਬੇਸ਼ੱਕ ਮੇਰੀ ਉਮਰ ਜਿਹੜੀ ਹੈ 80 ਸਾਲ ਦੀ। ਹੁਣ ਰਹੀ ਗੱਲ ਬਾਕੀ ਕੋਈ ਲੁਧਿਆਣਾ ਸ਼ਹਿਰ ਦੇ ਮੁਤਲਕ, ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਘਰ ਤੁਹਾਨੂੰ ਅਲਾਟ ਹੋਇਆ ਇਹਦੇ ਬਾਰੇ, ਇੱਥੇ ਆਪਾਂ ਹਤਾ ਸ਼ੇਰ ਜੰਗ ਹੋ ਗਿਆ, ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਆ ਜਾਓ ਸਿਕੰਦਰੀ ਰੋਡ ਤੇ। ਹਾਂ, ਉਹ ਇਸ ਤਰ੍ਹਾਂ ਹੋਇਆ, ਉਹ ਜਦੋਂ ਅਸੀਂ ਹਤਾ ਸ਼ੇਰ ਜੰਗ ਰਹਿੰਦੇ ਸੀ, ਉਹ ਮੇਰੇ ਪਿਤਾ ਦੀ ਉੱਥੇ ਹੀ ਮੌਤ ਹੋ ਗਈ। ਅੱਛਾ। ਪਿਤਾ ਦੀ ਮੌਤ ਤੋਂ ਬਾਅਦ ਮੇਰਾ ਭਾਈ ਸੀ, ਮੇਰੇ ਤੋਂ ਵੱਡਾ, ਉਹ ਸ਼ਰੀਫ ਨਹੀਂ ਸੀ, ਨਿਹਾਇਤ ਸ਼ਰੀਫ ਆਦਮੀ ਸੀ। ਉਹਨੇ ਉਹ ਮਕਾਨ ਜਿਹੜਾ ਹੈ ਜਿਨ੍ਹਾਂ ਨੂੰ ਅਲਾਟ ਹੋਇਆ, ਜਿਨ੍ਹਾਂ ਦਾ ਕਲੇਮ ਵੱਡਾ ਸੀ, ਉਹਨਾਂ ਨੂੰ ਦੇ ਦਿੱਤਾ। ਉਹਨਾਂ ਨੂੰ ਦੇ ਕੇ ਇਕਬਾਲਗੰਜ, ਜਿੱਥੇ ਮੈਂ ਇਕੱਲਾ ਰਹਿੰਦਾ ਸੀ, ਗਾਣਾ ਸਿੱਖਦਾ ਸੀ, ਉਹ 700 ਗਜ਼ ਦਾ ਰਕਬਾ, ਮੈਂ ਉੱਥੇ ਇਕੱਲਾ ਹੀ ਰਹਿੰਦਾ ਸੀ ਸਿਰਫ ਗਾਣਾ ਸਿੱਖਣ ਵਾਸਤੇ, ਤੇ ਸੌਂਦਾ ਵੀ ਉੱਥੇ ਸੀ। ਉਹ ਉੱਥੇ ਆ ਗਏ, ਉੱਥੇ ਵੀ ਅਸੀਂ ਰਹਿੰਦੇ ਰਹੇ। ਹੁਣ ਉਸ ਤੋਂ ਉਪਰੰਤ ਜਦੋਂ ਮੈਂ ਕਾਰੋਬਾਰ ਮੋਟਰ ਪਾਰਟਸ ਦਾ ਕੀਤਾ, ਤੇ ਉਹਨਾਂ ਜਿਹੜੇ ਹੈਗੇ ਸੀ, ਮੇਰੀ ਮੁਕੱਦਮੇਬਾਜ਼ੀ ਚੱਲਣੀ ਸ਼ੁਰੂ ਹੋ ਗਈ। ਫਿਰ ਉਹ ਉਸ ਤੋਂ ਪਹਿਲਾਂ ਉਹਨਾਂ ਦਾ ਮਕਾਨ ਹੀ ਮੈਂ ਕਿਰਾਏ 'ਤੇ ਲਿਆ ਹੋਇਆ ਸੀ, ਉੱਥੇ ਇਕਬਾਲਗੰਜ ਵੀ ਮੈਂ ਲਗਭਗ 20 ਸਾਲ ਰਿਹਾ। 20 ਸਾਲ ਰਿਹਾ, ਅਤੇ ਇਹ ਇੱਕ ਸ਼ਰੀਫ ਆਦਮੀ ਮੇਰੇ ਕੋਲ ਆਇਆ ਵੀ ਇਸ ਗਲੀ ਵਿੱਚ ਇਹ ਮਕਾਨ ਵਿਕਦਾ ਕੋਈ। ਮੈਂ ਮਕਾਨ ਵੇਖਿਆ ਹੀ ਨਹੀਂ, ਮੈਂ ਗਲੀ ਵੀ ਨਹੀਂ ਦੇਖੀ, ਹੈ ਜੀ। ਅਤੇ ਮੈਂ ਕਿਹਾ ਕੋਈ ਨਹੀਂ, ਵਿਚਾਰ ਕਰਦੇ ਹਾਂ। ਮੈਂ ਵਿਚਾਰ ਤਾਂ ਕਰਨੀ ਸੀ ਹਾਲੀ, ਇੰਨੀ ਦੇਰ ਨੂੰ ਮੈਨੂੰ STM ਫਿਲੌਰ ਦਾ ਫੋਨ ਆਇਆ, ਤੁਹਾਡੇ ਨਾਲ ਕੰਮ ਹੈ ਉੱਥੇ ਮੇਰੇ ਕੋਲ। ਮੈਂ ਉੱਥੇ ਚਲਾ ਗਿਆ, ਅਤੇ ਉਹ ਕਹਿਣ ਲੱਗੇ ਆ ਭਾਵੜੇ ਨੇ ਨਾ ਜਿਹੜੇ ਜੈਨੀ, ਇਹਨਾਂ ਦਾ ਮਕਾਨ ਹੈ ਉੱਥੇ ਇਹ ਵਾਲਾ। ਅੱਛਾ। ਹਵੇਲੀ ਹੈ ਇਹਨਾਂ ਦੀ, ਇਹ ਵੇਚਦੇ ਆ। ਮੁਹੱਲੇ ਦੇ ਜਿਹੜੇ ਪਾਪੇ ਆ ਉਹ ਵੇਚਣ ਨਹੀਂ ਦਿੰਦੇ। ਉਹ ਕਹਿੰਦੇ ਨੇ ਇਹ ਅਸਾਂ ਨਹੀਂ ਗਲੀ ਨਾਲ ਸਾਂਝਾ ਮਕਾਨ ਆ, ਵੇਚਣ ਨਾ ਦੇਣੇ, ਹੈ ਜੀ। ਅਤੇ ਤੁਸੀਂ ਕਰ ਸਕਦੇ ਹੋ ਕੰਮ ਇਹਨਾਂ ਦਾ, ਕੋਈ ਨਹੀਂ ਕੰਮ ਕਰ ਸਕਦਾ। 8 ਸਾਲ ਹੋ ਗਏ ਨੇ ਇਹਨਾਂ ਦੀ ਹਵੇਲੀ ਬੰਦ ਪਈ ਹੋਈ। ਲੋ ਮੈਂ ਬਗੈਰ ਦੇਖੇ, ਬਗੈਰ ਸੁਣੇ SDM ਸਾਹਿਬ ਦੇ ਕਹੇ 'ਤੇ ਮੈਂ ਸੌਦਾ ਕਰ। ਅੱਛਾ।
ਸੌਦਾ ਕਰਕੇ ਮੈਂ ਇੱਥੇ ਰਜਿਸਟਰੀ ਵੀ ਕਰਾ ਲਈ। ਇੱਥੇ 2.5 ਮਹੀਨੇ ਰਜਿਸਟਰੀ ਕਰਾਉਣ ਤੋਂ ਬਾਅਦ ਵੀ ਨਹੀਂ ਦੇਖਿਆ ਕਿਹੜਾ ਮਕਾਨ ਹੈ। ਫਿਰ ਜਦੋਂ ਇਹ ਮਕਾਨ ਅਸੀਂ ਬਾਹਰੋਂ ਜੰਦਾ ਤੇ ਮਤਲਬ ਖੁੱਲ੍ਹਣਾ ਨਹੀਂ ਸੀ, ਉਹ ਤੁੜਵਾਇਆ ਤੇ ਅਸੀਂ ਅੰਦਰ ਐਂਟਰ ਹੋਏ। ਅੰਦਰ ਕੀ ਸੀ, ਮਹਿਫਲ ਲੱਗੀ ਸਾਰੇ ਮੁਹੱਲੇ ਦੀ। ਪਿੱਛੇ ਇਹਨੂੰ 3 ਗਲੀਆਂ ਲੱਗਦੀਆਂ ਨੇ। ਕਿਹੜੇ ਮਤਲਬ ਮਕਾਨ ਨੂੰ? ਇੱਥੇ ਅੱਛਾ, ਇੱਥੇ 3 ਗਲੀਆਂ ਲੱਗਦੀਆਂ ਨੇ ਹਵੇਲੀ। ਇੱਕ ਪਿੱਛੇ, ਜਿਹੜੀ ਪਿੱਛੇ ਛੋਟੀ ਗਲੀ ਲੱਗਦੀ ਹੈ ਉਹਦੇ ਕੋਈ ਤਾਕੀ ਸੀ, ਤਾਕੀ ਤੋੜ ਕੇ ਸਾਰਾ ਮੁਹੱਲਾ ਧੁੱਪ ਸੇਕਣ ਵਾਸਤੇ ਆ ਜਾਂਦਾ। ਉਹ ਵੇਖ, ਮੈਂ ਜਦੋਂ ਅੰਦਰ ਵੜਿਆ ਉਹ ਕਹਿਣ ਲੱਗੇ ਤੂੰ ਕੌਣ ਹੈ ਓਏ? ਮੈਂ ਕਿਹਾ ਜੀ ਮੈਂ ਗਲਤੀ ਕੀਤੀ ਹੈ ਕਿ ਮੈਂ ਇਹ ਮਕਾਨ ਖਰੀਦ ਲਿਆ ਮੈਂ। ਉਹ ਕਹਿੰਦੇ ਤੂੰ ਅਸਾਂ ਕੀ ਜਾਣਨਾ ਨਾ, ਅਸੇ ਕੱਪ ਛੋੜਨੇ। ਉਹਨਾਂ ਦੀ ਬੋਲੀ ਹੈ। ਇੱਕ ਜਨਾਨੀ ਬੜੀ ਸਿਆਣੀ ਸੀ, ਉਹ ਕਹਿਣ ਲੱਗੀ ਮੱਥਾ ਨਾ ਲਾਇਓ ਉਹਦੇ ਨਾਲ, ਤੁਸੀਂ ਨਹੀਂ ਇਹਨੂੰ ਜਾਣਦੇ ਕੌਣ, ਮੈਂ ਜਾਣਦਾ, ਮੈਂ ਜਾਣਦੀ। ਦੈਨ ਉਹ ਚਲੇ ਗਏ ਤੇ ਫਿਰ ਉਹ ਜਿਹੜੀ ਇਹਨਾਂ ਨੇ ਪਾੜੀ ਹੋਈ ਸੀ ਉੱਥੇ ਮੈਂ 4 ਇੰਚੀ ਦੀਵਾਰ ਕਰ ਦਿੱਤੀ। ਅਸੀਂ ਇੱਥੇ ਰਹਿਣ ਦਾ ਕੋਈ ਪ੍ਰੋਗਰਾਮ ਨਾ ਬਣਾਇਆ, ਇੱਥੇ ਕੇਅਰ ਟੇਕਰ, ਕਿਉਂਕਿ ਇਹਦੀ ਹਾਲਤ ਬੜੀ ਖਸਤਾ ਸੀ। ਫਿਰ ਕਾਫੀ ਦੇਰ ਮਗਰੋਂ ਨਾ ਬੱਚੇ ਸਾਡੇ ਜਦੋਂ ਵੱਡੇ ਹੋ ਗਏ, ਜਦੋਂ ਬੱਚਾ ਮੇਰਾ ਕਹਿੰਦਾ ਸੀ ਮੈਂ PCS ਜੁਡੀਸ਼ਰੀ ਦਾ ਇਮਤਿਹਾਨ ਦੇਣਾ, ਕਮਰਾ ਵੱਖਰੇ ਚਾਹੀਦਾ, ਦੈਨ ਅਸੀਂ ਪ੍ਰੋਗਰਾਮ ਬਣਾਇਆ ਸੀ ਇੱਥੇ ਆ ਜਾਈਏ। ਤਾਂ ਅਸੀਂ ਇੱਥੇ ਇਸ ਹਵੇਲੀ 'ਚ ਆਏ। ਇਹਨੂੰ ਫਿਰ ਰਹਿਣ ਦੇ ਕਾਬਲ ਬਣਾਉਣ ਵਾਸਤੇ ਸਾਰੀ ਹਵੇਲੀ 'ਤੇ ਅਸੀਂ ਲੈਂਟਰ ਪਾਇਆ। ਹੁਣ ਇਹ ਜਿਹੜਾ ਹੈ ਹਵੇਲੀ ਜਿਹੜੀ ਹੈਗੀ ਹੈ ਰਹਿਣ ਯੋਗ ਹੈ, ਔਰ ਇਹਦੇ ਵਿੱਚ ਕਾਫੀ ਸੁਵਿਧਾਵਾਂ ਜਿਹੜੀਆਂ ਨੇ ਉਹ ਹੈਗੀਆਂ ਨੇ। ਤੇ ਅਸੀਂ ਕੋਈ ਇੱਕ ਕਮਰਾ ਵੀ ਕਿਰਾਏ 'ਤੇ ਨਹੀਂ ਦਿੱਤਾ ਹੋਇਆ, ਅਸੀਂ ਆਪ ही सारा सारा परिवार जरा है। तो ये देखिए ये था इनकी जो। अच्छा एक होर थोड़ा गल पूछनी, सिकंदरी रोड ਜਿਹੜਾ ਮਹੱਲਾ ਤੁਹਾਡਾ ਹੈਗਾ ਵਾ, ਇਹ ਜੋ ਪੁਰਾਣੀ ਤਹਿਸੀਲ ਸੀ ਉਹਦੇ ਬਾਰੇ ਵੀ ਦੱਸ ਦਿਓ। ਤੁਹਾਡਾ ਸਿਕੰਦਰ ਰੋਡ ਜਿਹੜਾ ਹੈ ਸਾਡੀ ਇਸ ਗਲੀ ਚੋਂ ਨਿਕਲ ਕੇ ਅਗਰ ਖੁੱਡ ਮੁਹੱਲੇ ਵੱਲ ਨੂੰ ਤੁਰੀਏ, ਹਾਂਜੀ, ਤੁਰਦਿਆਂ ਹੀ ਸੀਮਟ ਸਰੀਆ ਤੇ ਇੱਟਾਂ ਵੇਚਣ ਵਾਲੀ ਇੱਕ ਦੁਕਾਨ ਹੈ, ਹਾਂਜੀ, ਪਿੰਡੀ, ਉਹਦਾ ਨਾਂ ਹੈ ਪਿੰਡੀ, ਮਤਲਬ ਬਿਲਡਿੰਗ ਮਟੀਰੀਅਲ, ਠੀਕ ਹੈ, ਪਿੰਡੀ ਬਿਲਡਿੰਗ ਮਟੀਰੀਅਲ। ਉਸ ਤੋਂ ਅੱਗੇ ਉਹਦੇ ਬਿਲਕੁਲ ਨਾਲ ਜਿਹੜਾ ਹੈ ਉਹਦਾ ਨਾਲ ਅਟੈਚ ਹੈ ਮਕਾਨ। ਉੱਥੇ ਉਸ ਮਕਾਨ 'ਚ ਸਿਕੰਦਰ ਬਖਤ ਨਾਮ ਦਾ ਮੁਸਲਮਾਨ ਰਹਿੰਦਾ ਸੀ। ਉਹ ਇਹ ਸਾਰੀ ਸਿਕੰਦਰੀ ਰੋਡ 'ਤੇ ਸਭ ਤੋਂ ਆਲੀਸ਼ਾਨ ਮਕਾਨ ਉਹ ਹੈ। ਅੱਛਾ, ਔਰ ਮੇਨ ਸੜਕ 'ਤੇ ਹੈ। ਅੱਛਾ, ਉਸ ਤੋਂ ਉਪਰੰਤ ਅੱਗੇ ਸੱਜੇ ਹੱਥ ਕੋਈ ਮਕਾਨ ਨਹੀਂ ਸੀ, ਜਿਹੜੇ ਕਿ ਹੁਣ ਉੱਥੇ ਮਕਾਨ ਨੇ, ਦੁਕਾਨਾਂ ਨੇ, ਜੋ ਕੁਛ ਵੀ ਹੈ। ਉਹ ਗਲੀ ਮੁੜਦੀ ਹੈ ਅੱਗੇ, ਗਲੀ ਮੁੜਦੀ ਹੈ, ਗਲੀ ਮੁੜਦੀ ਹੈ। ਉਹ ਸਾਰੇ ਮਕਾਨ ਪਾ ਕੇ ਤੇ ਗਲੀ ਪਾ ਕੇ ਸੱਜੇ ਹੱਥ ਦਾ ਸਾਰਾ ਏਰੀਆ ਇੱਥੇ ਪੁਰਾਣੀ ਤਹਿਸੀਲ ਹੁੰਦੀ ਸੀ। ਅੱਛਾ, ਇੱਥੇ ਉਹ ਪੁਰਾਣੀ ਤਹਿਸੀਲ ਦਾ ਬੋਰਡ ਜਿਹੜਾ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ, ਉਹ ਸਾਹਮਣੇ ਟੱਕਰ ਹੈਗੀ ਹੈ ਮਕਾਨ ਦੀ, ਉੱਥੇ ਹੁਣ ਤੱਕ ਵੀ ਲੱਗਿਆ। ਤੇ ਇਹ ਸਾਡੀ ਗਲੀ ਵਿੱਚ ਜਿਹੜਾ ਗੁਰਦੁਆਰਾ ਹੈ ਇਹ ਮਸਜਿਦ ਸੀ। ਮਸਜਿਦ ਦੀ ਬੈਕ ਸਾਈਡ 'ਤੇ ਵੀ ਜਿਹੜਾ ਰਕਬਾ ਸੀ, ਇਹ ਸਾਰਾ ਪੁਰਾਣੀ ਜਿਹੜੀ ਤਹਿਸੀਲ ਹੈ ਇਹ ਉਹਨਾਂ ਨੂੰ ਹੀ ਮਾਫਕ ਆਉਂਦਾ ਸੀ, ਜਿਹੜੇ ਲੋਕ ਇੱਥੇ ਆਉਂਦੇ ਸੀ। ਹੁਣ ਇੱਥੇ ਮਕਾਨ ਜਿਹੜੇ ਨੇ, ਕਿਸੇ ਨੇ 50 ਗਜ਼ ਦਾ ਉਸਾਰ ਲਿਆ, ਕਿਸੇ ਨੇ 100 ਗਜ਼ ਦਾ ਉਸਾਰ ਲਿਆ। ਹੁਣ ਦੀ ਪੋਜੀਸ਼ਨ ਇਹ ਹੈ। ਇਹ ਹੁਣ ਸਿਕੰਦਰ ਬਖਤ ਨਾਂ ਸੀ ਉਹਦਾ, ਤੇ ਸਿਕੰਦਰੀ ਰੋਡ ਜਿਹੜਾ ਹੈ ਨਾਂ ਇਹਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਪੈ ਗਿਆ। ਇਹਦਾ ਰੋਡ ਦਾ ਨਾਂ ਹੀ ਸੀ ਸਿਕੰਦਰ ਬਖਤ ਰੋਡ, ਸਿਕੰਦਰ ਬਖਤ ਰੋਡ ਨਾਂ ਸੀ। ਅੱਛਾ, ਸਿਕੰਦਰ ਬਖਤ ਰੋਡ, ਸਿਕੰਦਰ ਬਖਤ ਰੋਡ। ਇਹ ਹੁਣ ਅੱਗੇ ਆ ਗਿਆ ਤੁਹਾਡਾ ਖੁੱਡ ਮਹੱਲਾ ਚੌਂਕ ਆ, ਖੁੱਡ ਮਹੱਲਾ ਚੌਂਕ ਆ ਗਿਆ। ਇਹ ਸਾਰਾ ਜਿਹੜਾ ਹੈ ਇਹਨੂੰ ਖੁੱਡ ਮਹੱਲਾ ਇਹਨਾਂ ਨੇ ਕਹਿਣਾ ਸ਼ੁਰੂ ਕੀਤਾ, ਅਸੀਂ ਜੋੜੇ ਖੁੱਡ ਮਹੱਲਾ, ਕਿਉਂਕਿ ਹਰ ਘਰ ਦੇ ਵਿੱਚ ਖੱਡੀਆਂ ਲੱਗੀਆਂ ਹੋਈਆਂ। ਅੱਛਾ, ਲੱਕੜ ਦੀਆਂ। ਇਹ ਖੱਡੀਆਂ 'ਚ ਲੁਧਿਆਣੇ ਸ਼ਹਿਰ 'ਚ ਬਣਦਾ ਕੀ ਸੀ, ਨੇੜੇ ਤੇੜੇ ਮਿਲਟਰੀ ਦਾ ਸਮਾਨ ਬਣਦਾ ਸੀ। ਹਾਂ, ਖੱਡੀਆਂ 'ਤੇ ਸਾਰਾ ਹੀ ਤਕਰੀਬਨ, ਜਾਂ ਜਿਹੜੇ ਮਿਲਟਰੀ ਜਿਹੜੇ ਕੱਪੜੇ ਹੈ ਦੇਸੀ ਖੱਦਰ ਦੇ, ਉਹ ਵੀ ਖੱਡੀਆਂ 'ਚ ਬਣਦੇ ਸੀ। ਲੋਕ ਉਸ ਜ਼ਮਾਨੇ 'ਚ ਕੱਪੜੇ ਉਹੋ ਹੀ ਪਹਿਨਦੇ ਹੁੰਦੇ ਸੀ। ਇਹ ਵੀ ਕਹਾਣੀ ਹੈ। ਹੁਣ ਉੱਥੋਂ ਖੁੱਡ ਮਹੱਲੇ ਚੌਂਕ ਤੋਂ ਅਸੀਂ ਸੱਜੇ ਹੱਥ ਖਵਾਜਾ ਚੌਂਕ ਵੱਲ ਨੂੰ, ਹਤਾ ਸ਼ੇਰ ਜੰਗ ਨੂੰ, ਪੁਲਿਸ ਥਾਣਾ ਡਿਵੀਜ਼ਨ ਨੰਬਰ 3 ਨੂੰ ਹੋ ਜਾਈਏ। ਖੱਬੇ ਹੱਥ ਸਕੂਲ ਹੈ, ਹਾਂਜੀ, ਉਹ ਪ੍ਰਾਇਮਰੀ ਸਕੂਲ ਵਜੋਂ ਜਾਣਿਆ ਜਾਂਦਾ। ਉਹ ਪਹਿਲਾਂ ਉਹ ਸਕੂਲ ਜਿਹੜਾ ਸੀ
ਇਸਲਾਮ ਮਜ਼ਹਬ ਜਿਹੜਾ ਹੈ ਉਹਦਾ ਉਹ ਦਾਇਰਾ ਬਣਿਆ ਸੀ। ਉੱਥੇ ਇਸਲਾਮੀ ਮਜ਼ਹਬ ਜਿਹੜਾ ਸੀ ਉਹ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ। ਅੱਛਾ, ਉਹ ਸਕੂਲ ਨਹੀਂ ਸੀ ਉੱਥੇ। ਠੀਕ ਹੈ ਜੀ। ਉਹਦੇ ਬਿਲਕੁਲ ਸਾਹਮਣੇ ਵੀ ਇੱਕ ਕੋਠੀ ਹੈ। ਉਸ ਤੋਂ ਅੱਗੇ ਜਾਈਏ ਇੱਕ ਹੋਰ ਕੋਠੀ ਹੈ ਜਿਹੜੀ ਕਿ ਸੁਸਾਇਟੀ ਸਿਨੇਮੇ ਵਾਲੇ ਨੇ ਮੱਲੀ ਸੀ, ਉਹ ਤੇ ਰਹਿੰਦੇ ਰਹੇ ਹੈ, ਹੁਣ ਨਹੀਂ ਰਹਿੰਦੇ ਉੱਥੇ, ਹੈ ਜੀ। ਇਹ ਆਪਸ ਵਿੱਚ ਰਿਸ਼ਤੇਦਾਰ ਨੇ ਦੋਨੇ, ਤੇ ਜਿਨ੍ਹਾਂ ਨੇ ਜਿਹੜੇ ਛੱਡ ਕੇ ਗਏ ਨੇ ਮੁਸਲਮਾਨ, ਉਹ ਵੀ ਆਪਸ 'ਚ ਰਿਸ਼ਤੇਦਾਰ ਸੀ। ਉਹਦਾ ਨਾਮ ਮੈਨੂੰ ਮੁਸਲਮਾਨ ਦਾ ਭੁੱਲ ਗਿਆ। ਮੈਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਕਿਉਂਕਿ ਇੱਥੇ ਜਲਦੀ ਅਸੀਂ ਇੱਥੇ ਆ ਗਏ, ਤੇ ਜਿਹੜੇ ਪੁਰਾਣੇ ਬਜ਼ੁਰਗ ਇੱਥੇ ਹਿੰਦੂ ਸਿੱਖ, ਉਹਨਾਂ ਤੋਂ ਇਹ ਜਾਣਕਾਰੀ ਜਿਹੜੀ ਹੈ ਇਹ ਮੈਨੂੰ ਮਿਲੀ। ਮੈਨੂੰ ਸ਼ੌਕ ਸੀ, ਮੈਂ ਪੁੱਛਦਾ ਰਹਿੰਦਾ ਸੀ। ਤੇ ਉਹ ਜਿਹੜਾ ਹੈ ਆਪਣਾ ਮੀਆਂ ਮੁਹੰਮਦ ਸ਼ਾਹ, ਉਹਦੀ ਵੀ ਦੱਸਣ ਦੀ ਲੋੜ ਹੈ। नहीं, वो फिर बाद च करेंगे ਆਪਾਂ। ਤੇ थोड़े आपका घर भी दिखा दो, देखो आले दिखा दे पीछे जो थोड़ा सा घर के जो, और जो विंडो जो है इनकी ये भी दिखा दो। जो पुराने घर है इनका 350 गज में है ये हवेली इनके पास जो 1947 से पहले की है, जो अभी हम एक ही रूम ही दिखा रहे हैं इनका। तो बाकी वो वाले जो पुराने बने हुए हैं वो दिखा देते हैं आपको। तो यहाँ पर इन समय इन्होंने लाइब्रेरी बना रखी है, वकील भी हैं। पीछे भी दिखाते जो वाले जो है, वो आले देखो दिखाते हैं, चलो वो देखिए। पुराने आले, हाँ, पुराने आले जो है, और ये सब पुराना घर है, ये 1947 से पहले का है। पाकिस्तान में छोड़ कर आए तो इनका इधर लाट नहीं हुआ, ये इन्होंने खुद खरीदा था ये। हाँ, जो लाट हुआ था वो उन्होंने खाली कर दिया, किसी और के नाम पर आ गया था। सारी कहानी बता दिया कि इनको घर यहाँ पर क्यों नहीं लाट हुआ। हर स्टोरी, हर जो इनको घटनाएं याद थी या जो कुछ आज याद है, सब कुछ आपको बताया। तो ये जो स्टोरी है आप भी आगे शेयर कीजिए ताकि लोगों को और भी पता चलता रहे। धन्यवाद दर्शन सिंह जी, धन्यवाद। ठीक।